With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. Viewers, welcome back in our program. जी डॉक्टर साहब साढ़े को पहला फेसबुक मैसेज आया है जस सिंह जी का डेनमार्क टू ये लिखते हैं सत्कारयोग डॉक्टर साहब जी इंज जाप रहा है जिवें TV 84 अकाली दल अमृतसर की तर्जमानी करन लग गया होवे. मैं इस जथेबंदी के खिलाफ नहीं हाँ पर एक विद्यार्थी होने के नाते मैं ये महसूस करता हाँ कि इस अकाली दल अमृतसर की लीडरशिप नूं एथनिक टकराव भाव नस्ली लड़ाई की विਉਂਤਬੰਦੀ ਅਤੇ तौर तरीकों बारे थोड़ी भी जानकारी नहीं है. जिवें खाड़कू संघर्ष का खात्मा ਅਤੇ ਤਾਕਤਵਰ ਗਰੁੱਪ ਭਾਵ ਬਹੁ ਗਿਣਤੀ ਵੱਲੋਂ ਮਾੜੇ ਗਰੁੱਪ ਭਾਵ ਸਿੱਖਾਂ ਦੀ ਜਮਹੂਰੀ ਲੀਡਰਸ਼ਿਪ ਨੂੰ ਸਿਆਸੀ ਤੌਰ ਤੇ ਕਿਵੇਂ ਤਬਾਹ ਕੀਤਾ ਗਿਆ. ਇਹਨਾਂ ਸਥਿਤੀਆਂ ਵਿੱਚ ਤਾਕਤਵਰ ਗਰੁੱਪ ਵੱਲੋਂ ਨਸਲੀ ਜਮਹੂਰੀ ਲੀਡਰਸ਼ਿਪ ਦੀ ਵਰਤੋਂ ਕਰਕੇ ਮਾੜੇ ਗਰੁੱਪਾਂ ਨੂੰ ਤੋੜਿਆ ਜਾਂਦਾ ਹੈ. ਇਸ ਸਮੇਂ ਦੌਰਾਨ ਸਿਆਣੀ ਨਸਲੀ ਲੀਡਰਸ਼ਿਪ ਬਾਹਰਲੇ ਸਰੋਤਾਂ ਦੀ ਹਮਾਇਤ ਹਾਸਲ ਕਰ ਰਹੀ ਹੈ. ਇੱਥੇ ਸਿੱਖ ਡਾਇਸਪੋਰਾ ਦੀ ਸਿਆਸੀ ਸ਼ਕਤੀ ਬਹੁਤ ਮਾਇਨੇ ਰੱਖਦੀ ਹੈ. ਅਕਾਲੀ ਦਲ ਅੰਮ੍ਰਿਤਸਰ ਦੀ ਲੀਡਰਸ਼ਿਪ ਨੇ ਕਦੇ ਇਸ ਤਰ੍ਹਾਂ ਦੀ ਸਮਝਦਾਰੀ ਨਹੀਂ ਦਿਖਾਈ. ਉਹ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣਾ ਚਾਹੁੰਦੇ ਹਨ ਪਰ ਉਹਨਾਂ ਨੇ ਕਦੇ ਇਸ ਬਾਰੇ ਵਿਚਾਰ ਨਹੀਂ ਕੀਤੀ ਕਿ ਉਹਨਾਂ ਦੀ ਸਿਆਸੀ ਸ਼ਕਤੀ ਨੂੰ ਵਿਰੋਧੀਆਂ ਵੱਲੋਂ ਕਿਵੇਂ ਤੋੜਿਆ ਗਿਆ. ਮੈਂ ਤੁਹਾਨੂੰ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਅਕਾਲੀ ਦਲ ਅੰਮ੍ਰਿਤਸਰ ਦੀ ਲੀਡਰਸ਼ਿਪ ਨੂੰ ਇਸ ਵੱਲ ਧਿਆਨ ਦੇਣ ਲਈ ਪ੍ਰੇਰੋ ਕਿ ਉਹਨਾਂ ਦਾ ਸਿਆਸੀ ਰੋਲ ਕੀ ਹੈ ਤਾਂ ਉਹ ਕਿਵੇਂ ਨਿਸ਼ਾਨੇ ਦੀ ਪ੍ਰਾਪਤੀ ਕਰ ਸਕਦੇ ਹਨ. ਕਿਰਪਾ ਕਰਕੇ ਉਹਨਾਂ ਨੂੰ ਸਿਆਸੀ ਤੌਰ ਤੇ ਸਿਆਣੇ ਬਣਾਓ. ਧੰਨਵਾਦ ਜੀ ਡਾਕਟਰ ਸਾਹਿਬ. ਵੀਰ ਜਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ. ਉਹਨਾਂ ਨੇ ਸਾਨੂੰ ਡੈਨਮਾਰਕ ਤੋਂ ਲਿਖਿਆ ਹੈ ਜੀ. ਇਹ ਬੜੇ ਸੁਲਝੇ ਹੋਏ ਔਰ ਬੜੇ ਪੜਚੋਲ ਕਰਨ ਵਾਲੀ ਬਿਰਤੀ ਦੇ ਮਾਲਕ ਨੇ. ਮੈਨੂੰ ਥੋੜੀ ਜਿਹੀ ਹੈਰਾਨੀ ਹੋਈ ਵੀ ਇਹਨਾਂ ਨੇ ਓਪਨਿੰਗ ਦੇ ਵਿੱਚ ਸਾਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਿਹੜਾ ਹੈ ਉਹ ਮਾਊਥਪੀਸ ਕਿਹਾ, ਜਿਹੜੀ ਗੱਲ ਠੀਕ ਨਹੀਂ ਹੈ ਕਿਉਂਕਿ ਸਾਡੇ ਲਈ ਜਿਹੜੀ ਐਕਟੀਵਿਟੀ ਜਿਸ ਲੈਵਲ ਤੇ ਕੋਈ ਕਰਦਾ ਉਸ ਨੂੰ ਅਸੀਂ ਪਿਕ ਕਰਦੇ. ਇਸੇ ਤਰ੍ਹਾਂ ਇਹੋ ਜਿਹੇ ਵੀਰ ਵੀ ਨੇ ਕੁਛ ਜਿਨ੍ਹਾਂ ਨੂੰ ਲੱਗਦਾ ਵੀ ਅਸੀਂ ਸਿਕਸ ਫਾਰ ਜਸਟਿਸ ਦੇ ਵਕੀਲ ਬਣ ਗਏ. ਉਹਨਾਂ ਨੂੰ ਲੱਗਦਾ ਕਿ ਜੀ ਅਸੀਂ ਸਿਕਸ ਫਾਰ ਜਸਟਿਸ ਨੂੰ ਜ਼ਿਆਦਾ ਉਭਾਰਦੇ. ਸੋ ਮੇਰਾ ਇਹ ਕਹਿਣਾ ਹੈ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਵੀ ਅਸੀਂ ਇਸ ਪਿੰਡ ਨੂੰ ਚੁਣਿਆ ਜਾਂ ਗੁਰੂ ਨੇ ਇਸ ਪਾਸੇ ਲਾਇਆ. ਬੇਸ਼ੱਕ 91 ਦੇ ਪੀਰੀਅਡ ਜਦੋਂ ਮੈਂ ਐਜ਼ ਏ ਸਪੋਕਸਪਰਸਨ ਪੰਥਕ ਕਮੇਟੀ ਸੇਵਾ ਲਈ ਸਾਡੀਆਂ 4 ਜੁਝਾਰੂ ਜਥੇਬੰਦੀਆਂ ਉਸ ਵੇਲੇ ਇਸ ਸੰਘਰਸ਼ ਨੂੰ ਲੀਡ ਕਰ ਰਹੀਆਂ ਸੀ, ਲੇਕਿਨ ਮੇਰੀ ਪਹੁੰਚ ਈਵਨ ਬੇਸ਼ੱਕ ਉਦੋਂ ਵੀ ਔਰ ਅੱਜ ਵੀ ਅਸੀਂ ਉਸੇ ਹੀ ਮਿਸਲ ਦੇ ਨਾਲ ਹੈ ਜਿਨ੍ਹਾਂ ਨੇ ਪੂਰਾ ਆਪਣਾ ਤਨ ਮਨ ਧਨ ਗੁਰੂ ਨੂੰ ਸਮਰਪਣ ਕਰਕੇ ਆਪਣਾ ਖੂਨ ਡੋਲਿਆ ਔਰ ਅੱਜ ਵੀ ਇਸ ਦੇ ਲਈ ਖਲੋਤੇ ਨੇ.
ਲੇਕਿਨ ਇਹਦੇ ਬਾਵਜੂਦ ਮੈਂ ਕਦੇ ਵੀ ਆਪਣੀ ਇੱਕ ਤੰਗ ਪਹੁੰਚ ਨਹੀਂ ਰੱਖੀ ਕਿ ਜਿਸ ਜਥੇਬੰਦੀ ਜਾਂ ਜਿਸ ਸੰਸਥਾ ਦੇ ਨਾਲ ਮੈਂ ਜੁੜਿਆ ਹੋਇਆ ਮੈਂ ਸਿਰਫ ਉਹਦੀ ਗੱਲ ਹੀ ਕਰਨੀ ਹੈ ਜਾਂ ਦੂਸਰਿਆਂ ਪ੍ਰਤੀ ਮੈਂ ਕੋਈ ਨਾ ਪੱਕੀ। ਇਸ ਲਈ ਨਾ ਮੇਰੀ ਕਦੇ ਕਲਮ ਨਾ ਜ਼ੁਬਾਨ ਕਦੇ ਵੀ ਕਿਸੇ ਪੰਥ ਪ੍ਰਸਤ ਦੇ ਖਿਲਾਫ ਨਹੀਂ ਚੱਲੀ ਹੈ ਜੀ। ਸੋ ਜ਼ਾਹਰ ਹੈ ਕਿ ਇਸ ਵੇਲੇ ਬਾਹਰ ਖਾਸ ਤੌਰ ਤੇ ਜਦੋਂ ਅਸੀਂ ਅਮਰੀਕਾ ਦੇ ਹਵਾਲੇ ਨਾਲ ਵੀ ਦੇਖਦੇ ਹਾਂ, ਜਿਵੇਂ ਮੈਂ ਖਾਲਿਸਤਾਨ ਐਲਾਨ ਦਿਵਸ ਦਾ ਜ਼ਿਕਰ ਕੀਤਾ ਹੈ, ਹੁਣ ਜਿਹੜਾ ਐਕਟੀਵਿਟੀ ਕਰੇਗਾ ਤੁਸੀਂ ਉਹਨਾਂ ਨੂੰ ਹੀ ਫੋਕਸ ਕਰਕੇ ਉਹਨਾਂ ਦੇ ਉੱਤੇ ਗੱਲ ਕਰੋਗੇ। ਇਸੇ ਤਰ੍ਹਾਂ ਪੰਜਾਬ ਦੇ ਹਵਾਲੇ ਨਾਲ ਵੀ ਜੇ ਸਰਬੱਤ ਖਾਲਸਾ 10 ਨਵੰਬਰ ਦਾ ਜਾਂ ਹੁਣ ਹੁੰਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਹਰ ਆਰਗੇਨਾਈਜੇਸ਼ਨ ਦੀ ਹਰ ਨੀਤੀ ਦੇ ਨਾਲ ਸਹਿਮਤ ਨਹੀਂ ਹੈ ਔਰ ਇਸ ਕਰਕੇ ਸਾਨੂੰ ਵੀ ਉਹਨਾਂ ਸੰਸਥਾਵਾਂ ਜਾਂ ਜਥੇਬੰਦੀਆਂ ਦੇ ਕਰੋਪ ਦਾ ਜਾਂ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਸਮੇਂ-ਸਮੇਂ ਬਿਆਨਬਾਜ਼ੀਆਂ ਸਾਡੇ ਖਿਲਾਫ ਵੀ ਹੁੰਦੀਆਂ ਰਹੀਆਂ ਨੇ ਔਰ ਕੱਲ ਨੂੰ ਵੀ ਨਹੀਂ ਅਸੀਂ ਨਕਾਰਦੇ ਵੀ ਨਹੀਂ ਹੋਣਗੀਆਂ। ਲੇਕਿਨ ਕਈ ਵਾਰ ਹਰ ਇੱਕ ਨੂੰ ਕੁਛ ਲੱਗ ਰਿਹਾ ਹੁੰਦਾ ਹੈ ਕਿ ਵੀ ਜਿਹੜਾ ਉਹ ਐਸਾ ਹੋਏ ਜਿਹੜਾ ਕਿ ਉਹਨਾਂ ਦੀ ਸੋਚ ਦੇ ਮੁਤਾਬਕ ਹੋਏ। ਲੇਕਿਨ ਅਸੀਂ ਇਸ ਗੱਲ ਨੂੰ ਹਮੇਸ਼ਾ ਯਕੀਨੀ ਬਣਾਉਂਦੇ। ਹਾਲਾਂ ਜਿਹੜਾ ਇਹਨਾਂ ਦਾ ਵੀਰ ਜਸ ਸਿੰਘ ਜੀ ਦਾ ਆਰਗੂਮੈਂਟ ਆ ਉਹ ਗਲਤ ਨਹੀਂ ਹੈ ਔਰ ਇਹ ਗੱਲ ਕੱਲੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉੱਤੇ ਹੀ ਪੰਜਾਬ 'ਚ ਨਹੀਂ ਟੁਕਦੀ। ਸਾਡੀਆਂ ਧਿਰਾਂ ਵੀ ਜਿਨ੍ਹਾਂ ਦੇ ਵਿੱਚ ਅਕਾਲੀ ਦਲ ਪੰਚ ਪ੍ਰਧਾਨੀ ਜਾਂ ਦਲ ਖਾਲਸਾ ਜਾਂ ਦੂਸਰੇ ਵੀ ਜਿਹੜੇ ਵੀਰ ਇੰਡੀਪੈਂਡੈਂਟਲੀ ਉੱਥੇ ਐਕਟ ਕਰ ਰਹੇ ਨੇ ਜਾਂ ਕੰਮ ਕਰ ਰਹੇ ਨੇ ਕਿ ਅਸੀਂ ਇਸ ਸਾਰੇ ਹੀ ਸੰਘਰਸ਼ ਦਾ ਜਿਹੜਾ ਖਾੜਕੂ ਆਸਪੈਕਟ ਸੀ, ਹਥਿਆਰਬੰਦ ਸੰਘਰਸ਼ ਸੀ ਔਰ ਪੀਸਫੁਲ ਸੀ, ਉਸ ਦਾ ਕੋਈ ਤਾਲਮੇਲ ਨਹੀਂ ਬਿਠਾ ਸਕੇ। ਜਾਂ ਈਵਨ ਜੇ ਇਹ ਕੋਈ ਅੱਜ ਦੀ ਲੀਡਰਸ਼ਿਪ ਨਹੀਂ, 84 ਤੋਂ ਬਾਅਦ ਵਾਲੀ, ਕਿ ਇੱਕ ਪਾਸੇ ਜਿੱਥੇ ਹਥਿਆਰਬੰਦ ਸੰਘਰਸ਼ ਆਪਣਾ ਜਿਹੜਾ ਕੰਮ ਕਰ ਰਿਹਾ ਸੀ ਕੋਈ ਪੈਰਲਲ ਉਸ ਦੇ ਪੋਲੀਟੀਕਲ ਫਰੰਟ ਖੜਾ ਨਹੀਂ ਕੀਤਾ ਗਿਆ। ਇਸ ਦੇ ਉਲਟ ਸਾਡੀਆਂ ਧਿਰਾਂ ਵੱਲੋਂ ਹੀ ਬਾਈਕਾਟ ਲਾਈਨ ਲਈ ਗਈ। 85 'ਚ ਹੋਏ, 89 ਦੀਆਂ ਪਾਰਲੀਮੈਂਟ ਚੋਣਾਂ ਹੋਣ, 91 ਦੀਆਂ ਅਸੈਂਬਲੀ ਚੋਣਾਂ ਹੋਣ ਔਰ 92 ਦੀਆਂ ਫਿਰ ਅਸੈਂਬਲੀ ਚੋਣਾਂ ਦਾ ਬਾਈਕਾਟ ਹੋਏ ਔਰ ਨਤੀਜੇ ਦੇ ਤੌਰ ਤੇ ਇੱਕ ਗੈਪ ਕ੍ਰੀਏਟ ਹੋਇਆ। ਉਸ ਦਾ ਫਾਇਦਾ 84 ਤੋਂ ਬਾਅਦ 85 'ਚ ਬਰਨਾਲੇ ਨੇ ਚੁੱਕਿਆ, ਫਿਰ ਜਿਹੜਾ ਬਾਦਲ ਨੇ ਰਿਪੀਟਡਲੀ ਚੁੱਕਿਆ ਔਰ ਹੁਣ ਤੱਕ ਵੀ। ਹੁਣ ਜੇ ਉਸ ਸਾਰੇ ਚੋਂ ਅਸੀਂ ਆਲਮੋਸਟ ਬਾਹਰ ਹੋ ਗਏ, ਜਿਹੜੀਆਂ ਸਾਡੀਆਂ ਜੁਝਾਰੂ ਧਿਰਾਂ ਨੇ ਉਹਨਾਂ ਨੇ ਤਾਂ ਲੈ ਲਈ ਲਾਈਨ ਕਿ ਭਾਈ ਅਸੀਂ ਚੋਣ ਲੜਨੀ ਨਹੀਂ ਹੈ ਜਾਂ ਇਸ ਸਿਸਟਮ 'ਚੋਂ ਸਾਡੇ ਲਈ ਨਿਕਲਣਾ ਨਹੀਂ ਹੈ ਕੁਛ ਵੀ। ਹਾਲਾਂ ਉਹਨਾਂ ਨੇ ਵੀ ਸ਼੍ਰੋਮਣੀ ਖਾਲਸਾ ਦਲ, ਸ਼੍ਰੋਮਣੀ ਕਮੇਟੀ ਚੋਣਾਂ ਜਾਂ ਈਵਨ ਇੱਕ ਅੱਧੀ ਵਾਰੀ ਅਸੈਂਬਲੀ ਚੋਣਾਂ 'ਚ ਵੀ ਤਾਕਤ ਜਮਾਈ ਕਰਕੇ ਦੇਖੀ। ਸੋ ਅਸੀਂ ਸਮਝਦੇ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਘੱਟੋ ਘੱਟ 89 ਤੋਂ ਹੀ ਜਿਹੜੀ ਉਹਨਾਂ ਦੀ ਪੋਜੀਸ਼ਨ ਤਾਂ ਕੰਸਿਸਟੈਂਟ ਰਹੀ ਹੈ ਲੋਕਤੰਤਰੀ ਤਰੀਕੇ ਦੇ ਨਾਲ ਚੋਣਾਂ ਲੜਨ ਦੀ ਗੱਲ, ਔਰ ਉਹਦੇ ਥੱਲੇ ਹੀ ਉਹਨਾਂ ਨੇ ਸੁਪਰੀਮ ਕੋਰਟ ਤੱਕ ਜਿਹੜੀ ਪਹੁੰਚ ਕਰਕੇ ਜਿਹੜੇ ਕੇਸ ਨੇ ਉਹਨਾਂ 'ਚ ਵੀ ਇਹ ਫੈਸਲੇ ਆਏ ਨੇ ਕਿ ਖਾਲਿਸਤਾਨ ਪੀਸਫੁਲੀ ਕਿਹਾ ਜਾ ਸਕਦਾ। ਸੋ ਅਸੀਂ ਸਮਝਦੇ ਹਾਂ ਕਿ ਬਜਾਏ ਅਸੀਂ ਔਰ ਜਿਨ੍ਹਾਂ ਇਹਨਾਂ ਨੇ ਕਿਹਾ ਕਿ ਭਾਈ ਅਸੀਂ ਉਹਨਾਂ ਦੇ ਉੱਤੇ ਪ੍ਰੀਵੇਲ ਅਪੋਨ ਕਰੀਏ ਕਿ ਔਰ ਉਹ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਸਿਆਣਪ ਤੋਂ ਕੰਮ ਦੇਖੋ। ਹੁਣ ਸਾਡੇ ਕੋਲ ਇੱਕ ਪਲੇਟਫਾਰਮ ਆਪਣੀ ਗੱਲ ਕਹਿਣ ਦਾ ਹੈ। ਸਾਡੇ ਨਾਲ ਸਾਰੇ ਹੀ ਅੱਡ-ਅੱਡ ਜਿਹੜੇ ਗਰੁੱਪਾਂ ਵਾਲੇ ਨੇ ਆਪਸ ਭਾਵੇਂ ਕਈ ਵਾਰ ਉਹ ਤਕਰਾਰ ਵੀ ਰੱਖਦੇ ਹੋਣ, ਸਾਨੂੰ ਪਿਆਰ ਕਰਦੇ ਨੇ, ਸਾਡੇ ਨਾਲ ਉਹ ਨੇੜਤਾ ਵੀ ਰੱਖਦੇ ਨੇ ਔਰ ਮੈਂ ਕਦੇ ਵੀ ਆਪਣੀ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕੀਤਾ। 1 to 1 ਹੋਏ ਔਰ ਜਦੋਂ ਈਵਨ ਸਾਡੀ ਧਿਰ ਵੀ ਉੱਥੇ ਸਿਆਸੀ ਪਿੜ ਦੇ ਵਿੱਚ ਐਕਟਿਵ ਸੀ ਉਦੋਂ ਵੀ ਅਸੀਂ ਉਹਨਾਂ ਨੂੰ ਵੀ ਜਿਹੜੀ ਗੱਲ ਕਹਿਣੀ ਸੀ ਉਹ ਕਹੀ। ਉਹ ਭਾਵੇਂ ਇਹਨਾਂ ਦੀ ਆਪਸੀ ਏਕਤਾ ਸੀ ਸ਼੍ਰੋਮਣੀ ਖਾਲਸਾ ਦਲ ਔਰ ਜਿਹੜੀ ਇਹਨਾਂ ਦੀ ਪੰਚ ਪ੍ਰਧਾਨੀ ਦੀ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ, ਫਿਰ ਉਹਦਾ ਟੁੱਟਣਾ ਸੀ, ਫਿਰ ਬਿਆਨਬਾਜ਼ੀਆਂ ਸੀ, ਇਹਨੂੰ ਸਭ ਨੂੰ ਹੀ ਅਸੀਂ ਹਮੇਸ਼ਾ ਹੀ ਨਕਾਰਿਆ। ਸੋ ਅਸੀਂ ਸਮਝਦੇ ਹਾਂ ਵੀ ਸ਼ਾਇਦ ਇਹ ਸਾਡੀ ਘਾਟ ਹੈ ਔਰ ਉਹਦਾ ਮੈਂ ਵੀ ਇੱਕ ਹਿੱਸਾ ਹਾਂ ਕਿ ਅਸੀਂ ਇਸ ਸੰਘਰਸ਼ ਦੇ ਦੋਨੋਂ ਹੀ ਆਸਪੈਕਟਸ ਨੂੰ ਜਿਹੜਾ ਹਥਿਆਰਬੰਦ ਸੀ ਔਰ ਓਵਰਗਰਾਊਂਡ ਸੀ ਉਹਦਾ ਇੱਕ ਬੈਲੈਂਸ ਨਹੀਂ ਬਣਾ ਪਾਏ। ਪਹਿਲਾਂ ਇੱਕ ਨੇ ਪੂਰਾ ਆਪਣੀ ਕਾਮਯਾਬੀ ਦੇ ਨਾਲ ਸਿਖਰਾਂ ਛੂਹੀਆਂ, ਲੇਕਿਨ ਅਲਟੀਮੇਟਲੀ ਹਥਿਆਰਬੰਦ ਸੰਘਰਸ਼ ਤੁਸੀਂ ਬਹੁਤ ਲੰਬਾ ਵਕਤ ਕੋਈ ਸਾਡੇ ਕੋਲ ਨਾ ਉੱਥੇ ਇਸ ਕਿਸਮ ਦਾ ਟੈਰੇਨ ਕਿ ਤੁਸੀਂ ਕੋਈ ਗੁਰਿਲਾ ਲੜਾਈ ਜਾਰੀ ਰੱਖਣੀ ਹੈ, ਨਾ ਹੀ ਕਿਸੇ ਕਿਸਮ ਦੀ ਹਮਾਇਤ ਔਰ ਰੂਥਲੈਸ ਗਵਰਨਮੈਂਟ ਜਿਹੜੀ ਸੀ ਸੁਪਰੈਸ਼ਨ ਉਹਨੇ ਵਾਈਪ ਆਊਟ ਕਰ ਦਿੱਤਾ ਔਰ ਪੋਲੀਟੀਕਲੀ ਵੀ ਅਸੀਂ ਕੋਈ ਕੰਸੈਂਸਸ ਨਹੀਂ ਬਣਾ ਸਕੇ ਕਿ ਭਾਈ ਕਿਵੇਂ ਅਸੀਂ ਆਪਣੀ ਗੱਲ ਨੂੰ ਅੱਗੇ ਤੋਰੀਏ। ਔਰ ਹੁਣ ਵੀ ਔਰ ਮੈਂ ਸਮਝਦਾ ਵੀ ਇਹਨਾਂ ਦੀ ਵੀਰ ਜਸ ਸਿੰਘ ਜੀ ਦੀ ਜਿਹੜੀ ਸਪਿਰਿਟ ਆਫ ਦਾ ਆਰਗੂਮੈਂਟ ਹੈ ਉਹ ਬਿਲਕੁਲ ਠੀਕ ਹੈ ਕਿ ਵੀ ਕੋਈ ਨਾ ਕੋਈ ਜਦੋਂ ਇੱਕ ਬਹੁ ਗਿਣਤੀ ਜਾਂ ਮੈਜੋਰੀਟੇਰੀਅਨ ਜਿਹੜੀ ਤਾਕਤਵਰ ਧਿਰ ਹੈ
ਉਹ ਖਿਲਾਰਦੀ ਹੈ। ਉਹਨਾਂ ਨੇ ਸਾਡੇ ਜੁਝਾਰੂ ਧਿਰ ਨੂੰ ਹੀ ਨਹੀਂ ਖਿਲਾਰਿਆ, ਦੂਜਿਆਂ ਨੂੰ ਵੀ ਫਿਰ ਉਹਨਾਂ ਨੇ ਵਰਤਿਆ ਇੱਕ ਨੂੰ ਦੂਜੇ ਦੇ ਖਿਲਾਫ। ਅੱਜ ਵੀ ਇੱਕੋ ਲਾਈਨ ਲਿਆ ਕੇ ਵਿੱਚ ਖੜੀ ਕਰ ਦਿੱਤੀ ਔਰ ਮੈਂ ਉਹਦਾ ਵੇਰਵੇ ਨਾਲ ਜ਼ਿਕਰ ਕਰਾਂਗਾ ਕਿ ਹੁਣ ਜਿਵੇਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਲੀਜ਼ ਹੋਈ ਹੈ ਪੈਰੋਲ ਤੇ 21 ਸਾਲ ਬਾਅਦ 21 ਦਿਨਾਂ ਲਈ, ਔਰ ਭਾਈ ਗੁਰਦੀਪ ਸਿੰਘ ਖੇੜੇ ਦੀ 26 ਸਾਲ ਬਾਅਦ 26 ਦਿਨਾਂ ਲਈ, ਔਰ ਜਿਹੜੇ ਐਕਟਰ ਪ੍ਰਮੋਟ ਕੀਤੇ ਜਾ ਰਹੇ ਨੇ ਉਹਨਾਂ ਨੂੰ ਕਿ ਜੀ ਇਹਨਾਂ ਨੇ ਬਾਦਲ ਨਾਲ ਗੱਲ ਕਰਕੇ ਔਰ ਦੂਸਰਾ ਜਿਹੜਾ ਸੁਖਬੀਰ ਨਾਲ ਰਿਹਾਈ ਕਰਵਾਈ, ਉਹ ਨਵੇਂ ਹੀਰੋ ਪ੍ਰੋਜੈਕਟ ਹੋ ਰਹੇ ਨੇ। ਔਰ ਮੈਨੂੰ ਅੱਜ ਹੀ ਇੱਕ ਐਕਟਿਵਿਸਟ ਅੰਮ੍ਰਿਤਸਰ ਤੋਂ ਦੱਸ ਰਹੇ ਸੀ ਕਿ ਜੀ ਤੁਸੀਂ ਪਿਛਲੇ ਦਿਨਾਂ 'ਚ ਪ੍ਰੋਗਰਾਮ 'ਚ ਵੀ ਕਿਹਾ, ਲਿਖਿਆ ਡਾਕਟਰ ਜਸਦੇਵ ਸਿੰਘ ਰਾਏ। ਹੁਣ ਤਾਂ ਮੈਨੂੰ ਕਲੀਅਰ ਹੋ ਗਿਆ ਵੀ ਜਸਦੇਵ ਸਿੰਘ ਰਾਏ, ਅਜੀਤ ਡੋਵਲ ਔਰ ਪੰਜਾਬ 'ਚ ਕਿਹੜੇ ਲੋਕ ਨੇ ਜਿਹੜੇ ਇਸ ਸਾਰੀ ਰਿਹਾਈ ਦੇ ਨਾਂ ਥੱਲੇ। ਰੁਲਦਾ ਸਿੰਘ ਨੇ ਜਿੱਥੇ ਕੰਮ ਛੱਡਿਆ ਸੀ ਰਾਸ਼ਟਰੀ ਸਿੱਖ ਸੰਗਤ ਵਾਲਾ, ਉਹਨਾਂ ਨੇ ਅੱਗੇ ਤੋਰਿਆ ਔਰ ਉਹਦੇ 'ਚ ਸਾਬਕਾ ਜੁਝਾਰੂ ਜਿਹੜੇ ਨੇ ਉਹ ਵੀ ਹੁਣ ਹਿੱਸਾ ਬਣੇ ਹੋਏ ਨੇ ਇਹ ਦੱਸਣ ਦੇ ਲਈ। ਔਰ ਪ੍ਰੋਫੈਸਰ ਭੁੱਲਰ ਤੋਂ ਜ਼ਬਰਦਸਤੀ ਘੁਆਇਆ ਜਾ ਰਿਹਾ ਕਿ ਜੀ ਆਹ ਫਲਾਂ ਬੰਦਾ ਜਿਹੜਾ ਨਾਲ ਖੜਾ ਇਹਦਾ ਦੱਸੋ ਇਹਨੇ ਕੀ ਰੋਲ ਅਦਾ ਕੀਤਾ, ਕਿਉਂਕਿ ਉਹਨਾਂ ਨੂੰ ਵੀ ਲੱਗਦਾ ਹੈ ਕਿ ਭਾਈ 21 ਦਿਨ ਦੀ ਜੇ ਪੈਰੋਲ ਹੈ, ਜੇ ਹੁਣ ਕੋਈ ਗੱਲ ਬਾਦਲ ਕਿਹਾ ਜਾਂ ਉਹਨਾਂ ਦੇ ਜਿਹੜੇ ਅੱਗੋਂ ਦੁਮ ਛੱਲੇ ਨੇ ਉਹਨਾਂ ਦੇ ਖਿਲਾਫ ਕਹੀ ਤਾਂ ਪੱਕੀ ਪੈਰੋਲ ਨਹੀਂ ਮਿਲਣੀ। ਸੋ ਉਹਨਾਂ ਦੀ ਕੁਰਬਾਨੀ ਨੂੰ ਵੀ ਰੋਲਣ ਦਾ ਯਤਨ ਕੀਤਾ ਜਾ ਰਿਹਾ। ਸੋ ਇਹ ਇਸੇ ਲਈ ਹੈ ਕਿਉਂਕਿ ਸਾਡੀ ਕੋਈ ਪੱਕੀ ਜਿਹੜੀ ਸੋਚ, ਟਕਸਾਲੀ ਸੋਚ ਵਾਲੇ ਜਿਹੜੇ ਵੀਰ ਭੈਣਾਂ ਨੇ ਉਹ ਪੰਜਾਬ ਦੇ ਵਿੱਚ ਆਪਣਾ ਨਹੀਂ ਕੋਈ ਬਣਾ ਸਕੇ। ਸੋ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ ਵੀਰ ਜਸ ਸਿੰਘ ਜੀ ਦਾ, ਉਹਨਾਂ ਨੇ ਲਿਖਿਆ। ਪਰ ਮੈਂ ਚਾਹਾਂਗਾ ਕਿ ਵੀ ਜਿਹੜੀ ਉਹਨਾਂ ਨੇ ਖਾਸ ਤੌਰ ਤੇ ਕਿ ਕਿਵੇਂ ਵਿਚਰਨਾ ਚਾਹੀਦਾ ਔਰ ਅਸੀਂ ਇਹਨਾਂ ਧਿਰਾਂ ਦੇ ਵਿੱਚ ਸਾਡਾ ਹਮੇਸ਼ਾ ਹੀ ਕੋਈ ਯਤਨ ਹੈ, ਹੁਣ ਵੀ ਹੈ ਕਿ ਕੋਈ ਨਾ ਕੋਈ ਤਾਲਮੇਲ ਆਪਸ ਦੇ ਵਿੱਚ ਉੱਥੇ ਕਾਇਮ ਹੋ ਸਕੇ ਵੀ ਉਹਦੇ ਲਈ ਅਸੀਂ ਕੀ ਕਰ ਸਕਦੇ ਹਾਂ। ਪਰ ਇੱਕ ਗੱਲ ਉਹ ਯਕੀਨੀ ਸਮਝਣ ਕਿ ਅਸੀਂ ਕਿਸੇ ਦਾ ਮਾਊਥਪੀਸ ਨਹੀਂ ਹੈ, ਮਾਊਥਪੀਸ ਅਸੀਂ ਗੁਰੂ ਪੰਥ ਦਾ। ਹੋ ਸਕਦਾ ਹੈ ਕਿ ਕਿਸੇ ਮੌਕੇ ਦੇ ਉੱਤੇ ਸਾਡੀ ਥੋੜੀ ਬਹੁਤ ਪਹੁੰਚ ਉਲਾਰ ਹੁੰਦੀ ਹੋਏ, ਲੇਕਿਨ ਮੇਰੀ ਫਿਰ ਵੀ ਕੋਸ਼ਿਸ਼ ਹੁੰਦੀ ਹੈ ਬੈਲੈਂਸ ਰੱਖਣ ਦੀ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।